ਕਰੋੜਾਂ ਰੁਪਈਆ ਜਿਹੜਾ ਉਹ ਇਨਐਲੀਜੀਬਲ ਬੰਦਿਆਂ ਨੂੰ ਪਿਛਲੇ ਸਾਲਾਂ ਦੇ ਵਿੱਚ ਦਿੱਤਾ ਗਿਆ ਔਰ ਹੁਣ ਵੀ ਜਿਹੜਾ ਹਰ ਮਹੀਨੇ ਤਨਖਾਹ ਦੇ ਰੂਪ ਦੇ ਵਿੱਚ ਦਿੱਤਾ ਜਾ ਰਿਹਾ ਹੈ। ਮਾਫੀਆ, ਇਹ ਸਿੱਖਿਆ ਮਾਫੀਆ ਜਿਹੜਾ ਇਹ ਤੁਹਾਨੂੰ ਕਿੱਥੋਂ ਤੱਕ ਲੱਗਦਾ ਹੈ ਕਿ ਇਹਨੇ ਕਿੱਥੇ ਤੱਕ ਆਪਣੀਆਂ ਜੜ੍ਹਾਂ ਪਸਾਰ ਲਈਆਂ? ਪੰਜਾਬ ਸਰਕਾਰ ਉਨੀ ਸਖਤੀ ਦੇ ਨਾਲ ਇਹਨਾਂ ਮੁੱਦਿਆਂ ਤੇ ਜਲਦ ਤੋਂ ਜਲਦ ਨਿਪਟੇ। ਜੇ ਤੁਸੀਂ ਕਾਲਜਾਂ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਜਾਂ ਐਸੋਸੀਏਟ ਪ੍ਰੋਫੈਸਰ ਭਰਤੀ ਕਰਨੇ ਆ ਜਾਂ ਤੁਸੀਂ ਕਾਲਜਾਂ ਦੇ ਵਿੱਚ ਪ੍ਰਿੰਸੀਪਲ ਲਗਾਣੇ ਆ ਤੇ ਤੁਹਾਨੂੰ UGC ਰੈਗੂਲੇਸ਼ਨਸ ਨੂੰ ਫੋਲੋ ਕਰਨਾ ਹੀ ਪਏਗਾ। ਕਿ ਉਹ ਦੱਸਣ ਕਿ ਕਾਲਜਾਂ ਦੇ ਵਿੱਚ ਜਿਹੜੀ ਮੈਟਰਨਿਟੀ ਲੀਵ ਹੈ ਸਾਡੀਆਂ ਲੇਡੀ ਲੈਕਚਰਰਸ ਦੇ ਲਈ 6 ਮਹੀਨੇ ਦੇ, ਉਹ ਸਾਰੇ ਕਾਲਜਾਂ ਦੇ ਵਿੱਚ ਲਾਗੂ ਕਰ ਦਿੱਤੀਆਂ ਗਈਆਂ ਨੇ। ਕਿ ਵਾਕਈ ਜੇ ਏਡੇ ਸੀਜ਼ਨਡ ਟੀਚਰਸ ਜਿਨ੍ਹਾਂ ਦਾ 35 40 ਸਾਲ ਦਾ ਤਜਰਬਾ ਹੈ ਉਹ ਇਸ ਗੱਲ ਨੂੰ ਕਹਿ ਰਹੇ ਆ ਤੇ ਜਿਹੜੀ ਚੀਜ਼ ਅਸੀਂ ਤੱਥਾਂ ਨਾਲ ਰੱਖ ਰਹੇ ਸੀ ਉਹਦੇ ਵਿੱਚ ਵਾਕਈ ਦਮ ਹੈ। ਇਹ ਸ਼ਬਦ ਵਿੱਚੋਂ ਬਾਹਰ ਘਟਾਤਾ ਨੋਟੀਫਿਕੇਸ਼ਨ ਦੇ ਵਿੱਚੋਂ, ਕੀ ਕਰਾਤਾ? ਪ੍ਰਾਈਵੇਟ ਏਡਡ ਕਾਲਜਸ, ਅਨਏਡਡ ਕਾਲਜ ਬਾਹਰ ਕੱਢ ਦਿੱਤੇ ਗਏ। ਪੰਜਾਬੀਆਂ ਨੇ ਹਮੇਸ਼ਾ ਝੰਡੇ ਗੱਡੇ ਨੇ, ਉਹ ਚਾਹੇ ਕਿਸੇ ਵੀ ਖੇਤਰ ਦੇ ਵਿੱਚ ਹੋਣ, ਪੰਜਾਬੀ ਹਮੇਸ਼ਾ ਮੱਲ ਮਾਰਦੇ ਨੇ। ਪਰ ਦੂਸਰੇ ਪਾਸੇ ਪੰਜਾਬੀਆਂ ਨੇ ਮਾਫੀਆ ਦੇ ਵਿੱਚ ਵੀ ਝੰਡੇ ਗੱਡੇ ਨੇ। ਪਿਛਲੇ ਸਮੇਂ ਦੌਰਾਨ ਕਾਫੀ ਤਰ੍ਹਾਂ ਦੇ ਮਾਫੀਆ ਉਹ ਦੇਖਣ ਲਈ ਸਾਹਮਣੇ ਆਏ ਪੰਜਾਬ ਦੇ ਵਿੱਚ। ਤਮਾਮ ਤਰ੍ਹਾਂ ਦੀਆਂ ਗੱਲਾਂ ਚਰਚਾਵਾਂ ਹੁੰਦੀਆਂ ਨੇ ਜਦੋਂ ਗੱਲਬਾਤ ਚੱਲਦੀ ਹੈ ਕਾਲਜਾਂ ਦੀ, ਕਾਲਜ ਦੇ ਪ੍ਰੋਫੈਸਰਾਂ ਦੀ, ਤਾਂ ਪ੍ਰਿੰਸੀਪਲਾਂ ਦੀ ਬੜੀ ਭਰਤੀ ਦਾ ਵੀ ਰੌਲਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮੰਤਰੀ ਨੇ ਸਰਦਾਰ ਗੁਰਮੀਤ ਸਿੰਘ ਮੀਤਹਿਰ ਸਾਹਿਬ, ਉਹਨਾਂ ਵੱਲੋਂ ਇੱਕ ਜਾਂਚ ਆਰੰਭੀ ਗਈ ਕਿ 15 ਦਿਨਾਂ ਦੇ ਵਿੱਚ ਹਿਸਾਬ ਕਿਤਾਬ ਕਰਕੇ ਦਿਓ ਭਾਈ ਕਿੱਥੇ ਕਿੱਥੇ ਕੀ ਹੋਇਆ ਪਿਛਲੇ ਸਮੇਂ ਦੌਰਾਨ, ਪਿਛਲੀਆਂ ਸਰਕਾਰਾਂ ਦੌਰਾਨ। ਤਾਂ ਉਸ ਨੂੰ ਲੈ ਕੇ ਇਹ ਜਿਹੜੀ ਆਵਾਜ਼ ਜਿਨ੍ਹਾਂ ਨੇ ਚੁੱਕੀ ਸੀ, ਪ੍ਰੋਫੈਸਰ ਧਰਮ ਕਈ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਆਨੰਦ ਜੀ, ਪ੍ਰਾਈਮ ਏਸ਼ੀਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਔਰ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ ਇੱਕ ਵਾਰ ਫਿਰ ਤੋਂ ਤੁਹਾਨੂੰ ਸੱਦਾ ਦਿੱਤਾ ਹੈ ਜੀ। 15 ਦਿਨ ਦਾ ਸਰਕਾਰ ਨੇ ਕਿਹਾ ਸੀ ਕਿ 15 ਦਿਨ ਦੇ ਵਿੱਚ ਉਹ ਕਮੇਟੀ ਜਿਹੜੀ ਬਣਾਈ ਹੈ 5 ਮੈਂਬਰੀ, ਉਹ ਸਰਕਾਰ ਨੂੰ ਦੱਸੇਗੀ ਵੀ ਭਾਈ ਪਿਛਲੇ ਸਮੇਂ ਦੌਰਾਨ ਇਹ ਗਲਤ ਕੰਮ ਹੋਏ, ਇਹ ਦੇਖਿਓ। ਇਤਰਾਜ਼ ਤੁਸੀਂ ਫਿਰ ਵੀ ਜਤਾਇਆ, ਤੁਹਾਡੀ ਤਾਂ ਗੱਲ ਸੁਣ ਲਈ ਸਰਕਾਰ ਨੇ, ਫਿਰ ਤੁਹਾਨੂੰ ਕਾਹਦਾ ਇਤਰਾਜ਼ ਜੀ? ਹੁਣ ਕਿੱਥੇ ਕਿ ਤੁਹਾਨੂੰ ਲੱਗਦਾ ਹੈ ਕਿ ਜਾ ਕੇ ਉਹ ਕਮੇਟੀ ਸਹੀ ਕੰਮ ਨਹੀਂ ਕਰ ਰਹੀ? ਕਿਉਂਕਿ ਕਾਫੀ ਸਵਾਲ ਤੁਸੀਂ ਕਮੇਟੀ ਦੇ ਉੱਤੇ ਵੀ ਚੁੱਕੇ ਆ। ਸਰ ਇਸ ਤਰ੍ਹਾਂ ਸੀਗਾ ਕਿ ਅਸੀਂ 1 ਜਨਵਰੀ 2022 ਤੋਂ ਇਹ ਮੁੱਦਾ ਸਭ ਤੋਂ ਪਹਿਲਾਂ ਉਸ ਟਾਈਮ ਦੇ ਜਿਹੜੇ ਸਕੱਤਰ ਹਾਇਰ ਐਜੂਕੇਸ਼ਨ ਸ਼੍ਰੀ ਕ੍ਰਿਸ਼ਨ ਕੁਮਾਰ ਨੇ ਉਹਨਾਂ ਕੋਲੇ ਇੱਕ ਲੈਟਰ ਭੇਜੀ ਸੀਗੀ ਕਿ ਸਾਡੇ ਧਿਆਨ ਦੇ ਵਿੱਚ SPN ਕਾਲਜ ਮੁਕੇਰੀਆਂ ਦੇ ਵਿੱਚ ਇੱਕ ਪ੍ਰਿੰਸੀਪਲ ਭਰਤੀ ਹੋਏ ਨੇ, ਤਾਂ ਉਹ ਐਲੀਜੀਬਲ ਨਹੀਂ ਸੀਗੇ ਜਦੋਂ ਪ੍ਰਿੰਸੀਪਲ ਬਣੇ। ਉਸ ਤੋਂ ਬਾਅਦ ਸਕੱਤਰ ਹਾਇਰ ਐਜੂਕੇਸ਼ਨ ਨੇ DDPI ਦੇ ਕੋਲੋਂ ਜਾਂਚ ਕਰਵਾਈ ਔਰ 31/3/2022 ਨੂੰ ਉਸ ਪ੍ਰਿੰਸੀਪਲ ਦੀ ਜਿਹੜੀ ਗ੍ਰਾਂਟ ਹੈ ਉਹ ਬੰਦ ਕਰ ਦਿੱਤੀ ਜੀ। ਉਸ ਤੋਂ ਬਾਅਦ ਵੱਖ-ਵੱਖ ਕਾਲਜਾਂ ਚੋਂ ਸਾਨੂੰ ਫੋਨ ਆਏ ਕਿ ਪ੍ਰੋਫੈਸਰ ਸਾਹਿਬ ਇਹ ਇਕੱਲਾ ਮੁਕੇਰੀਆਂ ਦਾ ਮਸਲਾ ਨਹੀਂ ਹੈ, ਬਲਕਿ ਪੰਜਾਬ ਦੇ ਬਹੁਤ ਸਾਰੇ ਕਾਲਜਾਂ ਦੇ ਵਿੱਚ ਜਿਹੜੇ ਪ੍ਰਿੰਸੀਪਲ ਭਰਤੀ ਹੋਏ ਨੇ ਔਰ ਇਕੱਲੇ ਪ੍ਰਿੰਸੀਪਲ ਹੀ ਨਹੀਂ, ਐਸੋਸੀਏਟ ਪ੍ਰੋਫੈਸਰ ਵੀ ਭਰਤੀ ਹੋਏ ਨੇ, ਉਹ ਵੀ ਜਿਹੜੇ ਨੇ ਇਨਐਲੀਜੀਬਲ ਨੇ। ਉਹ ਵੀ ਜਿਹੜੇ ਨੇ UGC ਗਾਈਡਲਾਈਨਸ 2010 ਜਿਹਨੂੰ ਕਿ ਪੰਜਾਬ ਸਰਕਾਰ ਨੇ 30/7/2013 ਨੂੰ ਅਡਾਪਟ ਕੀਤਾ, ਉਹਨਾਂ ਨੂੰ ਫੁੱਲਫਿਲ ਨਹੀਂ ਕੀਤੇ ਤੇ ਉਹ ਸਾਰੀਆਂ ਜਿਹੜੀਆਂ UGC ਰੈਗੂਲੇਸ਼ਨਸ 2010 ਉਹਨੂੰ ਨਜ਼ਰਅੰਦਾਜ਼ ਕੀਤਾ ਗਿਆ ਜੀ। ਜਦੋਂ ਸਾਡੇ ਕੋਲ ਰਿਕਾਰਡ ਇਕੱਠਾ ਹੋਇਆ ਤਾਂ ਅਸੀਂ ਮਿਨਿਸਟਰ ਸਾਹਿਬ ਨੂੰ ਮਿਲੇ ਔਰ ਮਿਨਿਸਟਰ ਸਾਹਿਬ ਨੂੰ ਦੱਸਿਆ ਕਿ ਅਸੀਂ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ, ਜਿਹੜੀ ਸਾਡੀ ਇੱਕ ਟੀਚਰਸ ਦੀ ਜਥੇਬੰਦੀ ਹੈ AUCT ਐਸੋਸੀਏਸ਼ਨ ਆਫ ਅਨਏਡਡ ਕਾਲਜ ਟੀਚਰਸ ਪੰਜਾਬ ਐਂਡ ਚੰਡੀਗੜ੍ਹ, ਉਹਦੇ ਵੱਲੋਂ ਵੀ ਇੱਕ ਚਿੱਠੀ ਮਾਨਯੋਗ ਮੁੱਖ ਮੰਤਰੀ ਜੀ ਨੂੰ ਭੇਜੀ ਗਈ ਕਿ ਪੰਜਾਬ ਦੇ ਵਿੱਚ 30/7/2013 ਤੋਂ ਬਾਅਦ ਜਿੰਨੇ ਵੀ ਐਸੋਸੀਏਟ ਪ੍ਰੋਫੈਸਰ ਔਰ ਪ੍ਰਿੰਸੀਪਲ ਭਰਤੀ ਕੀਤੇ ਗਏ ਨੇ, ਕਾਈਂਡਲੀ ਉਹਨਾਂ ਦੀ ਜਾਂਚ ਕਰਾਈ ਜਾਵੇ, ਕਿਉਂਕਿ ਕਰੋੜਾਂ ਰੁਪਈਆ, ਇਹ ਲੱਖਾਂ ਦੀ ਗੱਲ ਨਹੀਂ ਅਸੀਂ ਕਰ ਰਹੇ, ਕਰੋੜਾਂ ਰੁਪਈਆ ਜਿਹੜਾ ਉਹ ਇਨਐਲੀਜੀਬਲ ਬੰਦਿਆਂ ਨੂੰ ਪਿਛਲੇ ਸਾਲਾਂ ਦੇ ਵਿੱਚ ਦਿੱਤਾ ਗਿਆ ਔਰ ਹੁਣ ਵੀ ਜਿਹੜਾ ਹਰ ਮਹੀਨੇ ਤਨਖਾਹ ਦੇ ਰੂਪ ਦੇ ਵਿੱਚ ਦਿੱਤਾ ਜਾ ਰਿਹਾ। ਤਾਂ ਇਹਦੇ ਵਿੱਚ ਜਦੋਂ ਸਰਕਾਰ ਤੱਕ
ਮੈਂ ਧੰਨਵਾਦ ਕਰੂੰਗਾ ਤੁਹਾਡੇ ਚੈਨਲ ਦਾ, ਬੜੀ ਦੇਰ ਤੋਂ ਤੁਸੀਂ ਇਸ ਮੁੱਦੇ ਨੂੰ ਸਾਡੇ ਨਾਲ ਚੱਕ ਰਹੇ ਹੋ, ਔਰ ਪੰਜਾਬ ਦੇ ਹੋਰ ਬਹੁਤ ਸਾਰੇ ਚੈਨਲਸ ਦਾ ਜਿਨ੍ਹਾਂ ਨੇ ਇਸ ਮੁੱਦੇ ਨੂੰ ਚੱਕਿਆ, ਕਿਉਂਕਿ ਜਿਹੜੇ ਰਾਜਨੀਤੀ ਦੇ ਮੁੱਦੇ ਨੇ ਉਹਨੂੰ ਅਕਸਰ ਚੈਨਲ ਚੱਕਦੇ ਰਹਿੰਦੇ ਨੇ, ਲੇਕਿਨ ਹਾਇਰ ਐਜੂਕੇਸ਼ਨ ਦੀ ਫੀਲਡ ਦਾ ਇਹ ਵੱਡਾ ਮੁੱਦਾ ਸੀ ਜਿਹਨੂੰ ਕਿ ਬਹੁਤ ਸਾਰੇ ਪੰਜਾਬ ਦੇ ਚੈਨਲਸ ਨੇ ਪਹਿਲੀ ਵਾਰੀ ਲਿਆ। ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਤਾਂ ਜਦੋਂ ਤੁਹਾਡੇ ਚੈਨਲਸ ਦੇ ਥਰੂ ਇਹ ਸਾਰੀ ਗੱਲ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ, ਜਿਹੜੇ ਕਿ ਅੱਜਕੱਲ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਨੇ, ਉਹਨਾਂ ਤੱਕ ਪੁੱਜੀ, ਤਾਂ ਉਹਨਾਂ ਨੇ 8 ਅਗਸਤ ਨੂੰ ਇੱਕ ਆਪਣੇ ਡਿਪਾਰਟਮੈਂਟ ਦੀ ਮੀਟਿੰਗ ਸੱਦੀ। ਉਸ ਮੀਟਿੰਗ ਦੇ ਵਿੱਚ ਇਸ ਮੁੱਦੇ ਨੂੰ ਡਿਸਕਸ ਕੀਤਾ ਗਿਆ, ਔਰ ਅਗਲੇ ਦਿਨ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਸੀਗੀਆਂ ਕਿ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਤੇ ਏਡਡ ਕਾਲਜਾਂ ਦੇ ਵਿੱਚ ਜਿਹੜੇ ਘਪਲੇ ਚੱਲ ਰਹੇ ਨੇ, ਜਿਹੜੇ ਘੁਟਾਲੇ ਚੱਲ ਰਹੇ ਨੇ, ਉਹਦੀ ਜਾਂਚ ਦੇ ਆਦੇਸ਼ ਦਿੱਤੇ। ਹੁਣ 8 ਅਗਸਤ ਤੋਂ ਬਾਅਦ 16 ਅਗਸਤ ਨੂੰ ਇੱਕ ਚਿੱਠੀ ਜਿਹੜੀ ਹੈ ਉਹ ਜਾਰੀ ਕੀਤੀ ਜਾਂਦੀ, ਜਿਹੜੀ ਕਿ ਪਬਲਿਕ ਡੋਮੇਨ 'ਚ 18 ਤਰੀਕ ਨੂੰ ਆਉਂਦੀ ਹੈ, 18 ਅਗਸਤ 2022 ਨੂੰ। ਉਸ ਚਿੱਠੀ ਦੇ ਵਿੱਚ ਇੱਕ 5 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ। ਉਸ 5 ਮੈਂਬਰੀ ਕਮੇਟੀ ਦੇ ਵਿੱਚ DDPI, ADPI, ਲੁਧਿਆਣਾ ਗਵਰਨਮੈਂਟ ਕਾਲਜ ਦੇ ਪ੍ਰਿੰਸੀਪਲ, ਹੁਸ਼ਿਆਰਪੁਰ ਗਵਰਨਮੈਂਟ ਕਾਲਜ ਦੇ ਪ੍ਰਿੰਸੀਪਲ ਔਰ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਦਾ ਨੁਮਾਇੰਦਾ ਉਹਦੇ ਵਿੱਚ ਹੋਵੇਗਾ। ਅਤੇ ਨਾਲ ਇੱਕ ਹੋਰ ਚਿੱਠੀ ਕੱਢੀ ਗਈ ਕਿ 8 ਕਾਲਜਾਂ ਦੇ ਜਿਹੜੀਆਂ ਮੈਨੇਜਮੈਂਟਾਂ ਦੇ ਪ੍ਰਧਾਨ ਨੇ, ਉਹਨਾਂ ਨੂੰ 24 ਅਗਸਤ 2022 ਨੂੰ ਉੱਥੇ ਹਾਜ਼ਰ ਹੋਣ ਲਈ ਕਿਹਾ ਗਿਆ ਚੰਡੀਗੜ੍ਹ ਦੇ ਵਿੱਚ, ਤੇ ਸਾਰੇ ਡਾਕੂਮੈਂਟਸ ਜਿਹੜੇ ਆ ਉਹ ਤੁਸੀਂ ਉੱਥੇ ਲੈ ਕੇ ਆਓ ਜੀ। ਜਦੋਂ ਇਹ ਚਿੱਠੀ ਮੇਰੇ ਕੋਲ ਪੁੱਜੀ, ਕਿਉਂਕਿ ਸ਼ਿਕਾਇਤਕਰਤਾ ਮੈਂ ਸੀਗਾ, ਤੇ 19 ਤਰੀਕ ਨੂੰ ਮੈਂ ਇਸ ਚਿੱਠੀ ਦੇ 2 ਇਤਰਾਜ਼ ਜਿਹੜੇ ਆ ਉਹ ਸਕੱਤਰ ਹਾਇਰ ਐਜੂਕੇਸ਼ਨ ਨੂੰ ਭੇਜ ਦਿੱਤੇ, ਲਿਖਤੀ ਰੂਪ 'ਚ ਈਮੇਲ ਕੀਤੀ ਉਹਨਾਂ ਨੂੰ। ਮੇਰੇ ਇਤਰਾਜ਼ ਸਰ ਇਦਾਂ ਸੀਗੇ, ਮੈਂ ਚਾਹੁੰਦਾ ਕਿ ਇੱਥੇ ਤੁਸੀਂ ਇਤਰਾਜ਼ ਵੀ ਦੱਸ ਦਿਓ, ਤੁਹਾਨੂੰ ਇਤਰਾਜ਼ ਕੀ ਸੀ? ਜੀ ਹਾਂ, ਮੈਂ ਇਤਰਾਜ਼ਾਂ ਦੀ ਗੱਲ ਕਰੂੰਗਾ ਕਿ ਪਹਿਲਾ ਇਤਰਾਜ਼ ਇਹ ਸੀਗਾ ਕਿ ਜਿਹੜੀ ਇਹ 5 ਮੈਂਬਰੀ ਕਮੇਟੀ ਬਣੀ ਹੈ, ਇਹਦੇ ਵਿੱਚ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਦਾ ਨੁਮਾਇੰਦਾ ਜਿਹੜਾ ਹੈ ਉਹ ਬਿਠਾਉਣ ਦੀ ਗੱਲ ਕੀਤੀ। ਮਤਲਬ ਜਿਹੜੇ 5 ਜੱਜ ਹੋਣਗੇ, ਉਹਨਾਂ ਵਿੱਚੋਂ ਇੱਕ ਜੱਜ ਜਿਹੜੀ ਕੁਰਸੀ ਹੈ ਉਹ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਦੇ ਨੁਮਾਇੰਦੇ ਨੂੰ ਦਿੱਤੀ ਗਈ। ਬਿਲਕੁਲ ਠੀਕ। ਜਦ ਕਿ ਜਿਹੜੇ ਪ੍ਰਿੰਸੀਪਲਸ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਸਾਰੇ ਦੇ ਸਾਰੇ ਪ੍ਰਿੰਸੀਪਲਸ ਜਿਹੜੇ ਨੇ, ਕਾਫੀ ਉਹਨਾਂ ਦੇ ਵਿੱਚੋਂ ਪੰਜਾਬ ਯੂਨੀਵਰਸਿਟੀ ਦੇ ਨਾਲ ਰਿਲੇਟਡ ਨੇ, ਔਰ ਉਹਨਾਂ ਸਾਰਿਆਂ ਨੂੰ ਜਿਹੜੀਆਂ ਅਪਰੂਵਲ ਦਿੱਤੀਆਂ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਵੱਲੋਂ ਦਿੱਤੀਆਂ ਗਈਆਂ ਨੇ। ਸੋ ਅਸੀਂ ਇਹ ਇਤਰਾਜ਼ ਵਿਅਕਤ ਕੀਤਾ ਕਿ ਜਿਹੜਾ ਨੁਮਾਇੰਦਾ ਤੁਸੀਂ ਜੱਜ ਦੀ ਕੁਰਸੀ ਤੇ ਬਿਠਾਇਆ, ਉਹ ਤਾਂ ਖੁਦ ਇਹਦੇ ਵਿੱਚ ਦੋਸ਼ੀ ਹੈ, ਜਿਹਦੇ ਉੱਪਰ ਦੋਸ਼ ਲਗਾ ਰਹੇ ਹਾਂ, ਇਹਦੀ ਤਾਂ ਸਾਰੇ ਦੀ ਇਨਵੈਸਟੀਗੇਸ਼ਨ ਹੋਣੀ ਹੈ, ਤੇ ਉਹ ਬੰਦਾ ਉਸ ਕੁਰਸੀ ਤੇ ਕਿੱਦਾਂ ਬੈਠ ਸਕਦਾ। ਦੂਸਰਾ ਇਤਰਾਜ਼ ਸਾਡਾ ਇਹ ਸੀਗਾ ਕਿ ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ 30/7/2013। ਮੈਂ ਸਰ ਇੱਥੇ 30/7/2013 ਨੂੰ ਹੋਰ ਸਪਸ਼ਟ ਕਰ ਦਵਾਂ ਕਿ ਜਿਹੜੀ ਗੱਲ ਮੈਂ ਕਰ ਰਿਹਾ ਜਾਂ ਪੰਜਾਬ ਦੇ ਵਿੱਚ ਹੋਰ ਜਥੇਬੰਦੀਆਂ ਨੇ ਵੀ ਹੁਣ ਕਰਨੀ ਸ਼ੁਰੂ ਕਰ ਦਿੱਤੀ ਹੈ, ਉਹ ਗੱਲ 5 ਦਿਨ ਪਹਿਲਾਂ ਜਿਹੜੀ 1158 ਪ੍ਰੋਫੈਸਰ ਸਰਕਾਰੀ ਕਾਲਜਾਂ ਦੇ ਵਿੱਚ ਪਿੱਛੇ ਜੀ ਭਰਤੀ ਹੋਈ ਸੀਗੀ, ਉਹਦੇ ਨਾਲ ਰਿਲੇਟਡ ਇੱਕ ਜੱਜਮੈਂਟ ਜਸਟਿਸ ਮਹਾਬੀਰ ਸਿੰਘ ਦੀ ਆਈ ਹੈ ਜੀ। ਜਸਟਿਸ ਮਹਾਬੀਰ ਸਿੰਘ ਦੀ ਜੱਜਮੈਂਟ ਦੇ ਵਿੱਚ ਵੀ ਲਾਸਟ ਪੈਰਾਗ੍ਰਾਫ ਜਿਹੜਾ ਜੱਜਮੈਂਟ ਦਾ ਬੜਾ ਇੰਪੋਰਟੈਂਟ ਹੈ, ਮੈਂ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰਾਂਗਾ। ਉਹ ਇਹ ਕਹਿੰਦੇ ਨੇ, ਕੰਸੀਡਰਡਲੀ ਟਿਲ ਡੇਟ the order dated 30/7/2013 has not been withdrawn, rather same is still in force. Thus, in such a scenario, the UGC regulations specifying the method of selection by applying the API score of candidates for assessing their suitability is very much applicable and cannot be ignored by the quarter concerned. The last paragraph bada important hai. In other words, so long as the order dated 30/7/2013 is in vogue, the UGC regulations to the extent where rules of 1976 are silent would be applicable with full force and binding upon all concerned including the government. So sir, ਇਹ ਮੇਰੀ ਨਹੀਂ ਹੈ, ਇਹ ਹਾਈ ਕੋਰਟ ਦੀ ਜੱਜਮੈਂਟ ਹੈ, ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਸਟਿਸ ਮਹਾਬੀਰ ਸਿੰਘ ਦੀ ਜੱਜਮੈਂਟ ਹੈ, ਜਿਹਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਕਹਿਤਾ ਹੈ ਕਿ 30/7/2013 ਦੀ ਜਿਹੜੀ ਚਿੱਠੀ ਹੈ ਇਹ ਬਾਈਂਡਿੰਗ ਹੈ। UGC ਰੈਗੂਲੇਸ਼ਨਸ 2010 ਜਿਹੜੇ ਹੈ, ਜੇ ਤੁਸੀਂ ਕਾਲਜਾਂ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਜਾਂ ਐਸੋਸੀਏਟ ਪ੍ਰੋਫੈਸਰ ਭਰਤੀ ਕਰਨੇ ਆ, ਜਾਂ ਤੁਸੀਂ ਕਾਲਜਾਂ ਦੇ ਵਿੱਚ ਪ੍ਰਿੰਸੀਪਲ ਲਗਾਣੇ ਆ, ਤੇ ਤੁਹਾਨੂੰ UGC ਰੈਗੂਲੇਸ਼ਨਸ ਨੂੰ ਫੋਲੋ ਕਰਨਾ ਹੀ ਪਏਗਾ। ਔਰ UGC ਰੈਗੂਲੇਸ਼ਨਸ ਕਹਿੰਦੀਆਂ ਨੇ ਕਿ ਜੇ ਤੁਸੀਂ ਐਸੋਸੀਏਟ ਪ੍ਰੋਫੈਸਰ ਬਣਾਉਣਾ ਹੈ ਤਾਂ ਤੁਹਾਨੂੰ ਉਹਦੇ ਲਈ ਇੱਕ ਯੂਨੀਵਰਸਿਟੀ ਦਾ ਸਿਲੈਕਸ਼ਨ ਪੈਨਲ ਕਾਲਜਾਂ 'ਚ ਭੇਜਣਾ ਪਏਗਾ। ਔਰ ਅਸੀਂ ਜਿਹੜੀ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਇਹ ਬਿਨਾਂ ਸਿਲੈਕਸ਼ਨ ਪੈਨਲਾਂ ਤੋਂ, ਬਿਨਾਂ ਸਬਜੈਕਟ ਐਕਸਪਰਟਸ ਤੋਂ, ਬਿਨਾਂ ਵਾਈਸ ਚਾਂਸਲਰਸ ਦੇ ਨੋਮੀਨੀਜ਼ ਤੋਂ ਇਹ ਬੰਦੇ ਸਿਲੈਕਟ ਹੋਏ ਨੇ, ਜਿਹਦੇ ਕਰਕੇ ਕਿ ਪੰਜਾਬ ਦੇ ਕਈ ਕਾਲਜਾਂ ਦੇ ਵਿੱਚ
ਹਜ਼ਾਰਾਂ ਵਿਦਿਆਰਥੀਆਂ ਦਾ ਜਿਹੜਾ ਫਿਊਚਰ ਹੈ ਉਹ ਅਜਿਹੇ ਇਨਐਲੀਜੀਬਲ ਪ੍ਰਿੰਸੀਪਲਸ, ਅਜਿਹੇ ਇਨਐਲੀਜੀਬਲ ਐਸੋਸੀਏਟ ਪ੍ਰੋਫੈਸਰਸ ਦੇ ਹੱਥਾਂ ਦੇ ਵਿੱਚ ਹੈ, ਜਿਹੜੇ ਕਿ ਉਹਨਾਂ ਬੱਚਿਆਂ ਦੇ ਨਾਲ ਉਹ ਭਵਿੱਖ ਦਾ ਜਿਹੜਾ ਸਾਡਾ ਪੰਜਾਬ ਉਹਨਾਂ ਨਾਲ ਜਸਟਿਸ ਨਹੀਂ ਕਰ ਪਾਣਗੇ। ਅੱਛਾ ਪ੍ਰੋਫੈਸਰ ਸਾਹਿਬ, ਤੁਹਾਨੂੰ ਸਾਰੇ ਇਸ ਮਸਲੇ ਦੇ ਵਿੱਚ ਕਿਤੇ ਚੰਡੀਗੜ੍ਹ ਬੈਠੇ ਵੱਡੇ ਲੀਡਰਾਂ ਦੇ ਟੈਲੀਫੋਨ ਵੀ ਤੁਹਾਨੂੰ ਲੱਗਦਾ ਹੈ ਕਿ ਵਿੱਚ ਉਹਨਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ? ਤੁਸੀਂ ਮੰਨਦੇ ਹੋ ਸਾਰੇ ਕਹਾਣੀ ਨੂੰ, ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਆਪਣੇ ਪੱਧਰ ਦੇ ਉੱਤੇ ਕਿਸੇ ਅਧਿਕਾਰੀ ਨੇ ਆਪਦੇ ਵੱਲੋਂ ਇਹ ਕਰ ਲਿਆ ਹੋਏਗਾ ਤਾਂ ਵੱਖਰੀ ਗੱਲ ਹੈ, ਕੋਈ ਵੱਡਾ ਲੀਡਰ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ? ਤੁਸੀਂ ਕੀ ਮੰਨਦੇ ਹੋ? ਦੇਖੋ ਸਰ, ਇਹਦੇ ਚ ਇਸ ਤਰ੍ਹਾਂ ਹੈ ਕਿ ਅਸੀਂ ਇਹਦੀਆਂ ਦੋ ਚਿੱਠੀਆਂ, ਮੈਂ ਇਹਦੇ ਚ ਪੂਰਾ ਜਿਹੜਾ ਘਪਲਾ ਹੋਇਆ ਉਹਦੇ ਵਿੱਚ ਅਫਸਰਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਨਾਂ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅਸੀਂ ਇੱਕ ਚਿੱਠੀ ਪੰਜਾਬ ਵਿਜੀਲੈਂਸ ਨੂੰ 22 ਫਰਵਰੀ ਨੂੰ ਮੈਂ ਭੇਜੀ ਸੀਗੀ, ਔਰ ਜੋ ਮੇਰੇ ਸੋਰਸਸ ਤੋਂ ਥਰੂ ਸਾਨੂੰ ਪਤਾ ਲੱਗਿਆ ਕਿ ਸ਼ਾਇਦ ਉਹ ਵੀ ਬੜੀ ਜਲਦੀ ਜਾਂਚ ਇਹਦੇ ਤੇ ਸ਼ੁਰੂ ਹੋਣ ਜਾ ਰਹੀ ਹੈ। ਦੂਸਰਾ, ਅਸੀਂ ਇਹ ਚਿੱਠੀ ਸੀਬੀਆਈ ਨੂੰ ਭੇਜੀ ਸੀ। ਉਹਨਾਂ ਦੋਨਾਂ ਦੇ ਮੈਂ ਕਾਰਨ ਦੱਸ ਰਿਹਾ ਕਿਉਂ ਅਸੀਂ ਭੇਜੀ। ਇਸ ਕਰਕੇ ਕਿਉਂਕਿ ਅਸੀਂ ਸੀਬੀਆਈ ਨੂੰ ਕਿਹਾ ਕਿ ਪਿੱਛੇ ਜੀ ਰੋਡਵੇਜ਼ ਦੇ ਡਾਇਰੈਕਟਰ ਸਰਦਾਰ ਪਰਮਜੀਤ ਸਿੰਘ, ਉਹ ਸੀਬੀਆਈ ਨੇ ਫੜੇ ਸੀਗੇ ਰੰਗੇ ਹੱਥੀ 2 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ। ਅਸੀਂ ਸੀਬੀਆਈ ਨੂੰ ਚਿੱਠੀ ਭੇਜੀ ਕਿ ਇਹ ਜਿਹੜਾ ਘੁਟਾਲਾ ਹੈ ਜਿਹਦੇ ਵਿੱਚ ਇਹ ਸਾਰਾ ਕੁਝ ਹੋਇਆ, ਉਦੋਂ ਸਰਦਾਰ ਪਰਮਜੀਤ ਸਿੰਘ ਡੀਪੀਆਈ ਕਾਲਜਸ ਪੰਜਾਬ ਸੀਗੇ, ਔਰ ਇੱਕ ਕਮੇਟੀ ਮੈਂ ਜਿਹਦਾ ਜ਼ਿਕਰ ਤੁਹਾਡੇ ਦਰਸ਼ਕਾਂ ਨਾਲ ਇੱਥੇ ਕਰਨਾ ਚਾਹੂੰਗਾ ਕਿ ਇੱਕ ਕਮੇਟੀ ਬਣਦੀ ਹੈ ਉਹਨਾਂ ਦੇ ਟਾਈਮ ਦੇ ਵਿੱਚ। ਇਹ ਕਮੇਟੀ ਹੈ ਡਾਕਟਰ ਪਰਮਿੰਦਰ ਸਿੰਘ ਡਿਪਟੀ ਡਾਇਰੈਕਟਰ, ਦੂਸਰੀ ਕਮੇਟੀ ਦੇ ਮੈਂਬਰ ਸੀਗੇ ਡਾਕਟਰ ਰਾਜਬੰਸ ਸਿੰਘ ਗਿੱਲ, ਤੀਜੇ ਸੀਗੇ ਪ੍ਰੋਫੈਸਰ ਗੁਰਸ਼ਰਨ ਸਿੰਘ ਮੈਥਮੈਟਿਕਸ ਦੇ ਸਰਕਾਰੀ ਕਾਲਜ ਲੁਧਿਆਣਾ ਜੀ। ਇਹ ਕਮੇਟੀ ਜਿਹੜੇ ਐਸੋਸੀਏਟ ਪ੍ਰੋਫੈਸਰਸ ਨੂੰ ਬੁਲਾਉਣ ਲਈ ਇੱਕ ਡੀਪੀਆਈ ਕਾਲਜ 'ਚ ਇੰਟਰਵਿਊ ਕੀਤੀ ਜਾਂਦੀ ਹੈ, ਔਰ ਉੱਥੇ ਕੋਈ ਯੂਨੀਵਰਸਿਟੀਆਂ ਦੇ ਸਬਜੈਕਟ ਐਕਸਪਰਟ ਨਹੀਂ ਸੀਗੇ, ਵੀਸੀ ਨੁਮਾਇੰਦਾ ਨਹੀਂ ਸੀਗਾ, ਔਰ ਇੱਥੇ 16-17 ਮਾਰਚ 2021 ਨੂੰ ਇੰਟਰਵਿਊ ਕਰਨ ਤੋਂ ਬਾਅਦ 24 ਤਰੀਕ ਨੂੰ ਇਹਨਾਂ ਨੂੰ ਐਸੋਸੀਏਟ ਪ੍ਰੋਫੈਸਰ ਬਣਾ ਦਿੱਤਾ ਜਾਂਦਾ ਜੀ। ਸੋ ਅਸੀਂ ਸੀਬੀਆਈ ਨੂੰ ਔਰ ਵਿਜੀਲੈਂਸ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਹਦੀ ਥੋਰੋ ਪ੍ਰੋਬ ਕੀਤੀ ਜਾਵੇ, ਔਰ ਇਹਦੇ ਤੇ ਜੋ ਕੁਝ ਵੀ ਕਰੋੜਾਂ ਰੁਪਈਆ ਦਾ ਏਰੀਅਰਸ ਇਹਨਾਂ ਟੀਚਰਸ ਨੂੰ, ਇਹਨਾਂ ਪ੍ਰਿੰਸੀਪਲਸ ਨੂੰ ਦਿੱਤੇ ਗਏ ਨੇ, ਉਹ ਸਾਰੇ ਦੀ ਰਿਕਵਰੀ ਪੈਣੀ ਚਾਹੀਦੀ ਹੈ। ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਸਾਡੇ ਪੰਜਾਬ ਦਾ ਖਜ਼ਾਨਾ ਖਾਲੀ ਹੋਇਆ, ਤਾਂ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਕਿ ਇਹ ਜਿਹੜਾ ਖਜ਼ਾਨਾ ਖਾਲੀ ਹੋਇਆ, ਜਦੋਂ ਉਹ ਨੱਕਾ ਖੁੱਲਿਆ ਸੀਗਾ ਤੇ ਇੱਕ ਨੱਕਾ ਜਿਹੜਾ ਹੈ ਉਹ ਇੱਧਰ ਹਾਇਰ ਐਜੂਕੇਸ਼ਨ ਦੇ ਜਿਹੜੇ ਵੱਡੇ ਵੱਡੇ ਇੰਸਟੀਟਿਊਸ਼ਨਸ ਨੇ, ਕਾਲਜਸ ਨੇ ਪੰਜਾਬ ਦੇ, ਉਧਰ ਵੱਧ ਵੀ ਖੁੱਲਾ ਸੀਗਾ, ਜਿੱਥੇ ਕਿ ਕਰੋੜਾਂ ਰੁਪਇਆ ਇਨਐਲੀਜੀਬਲ ਪ੍ਰਿੰਸੀਪਲਸ ਔਰ ਇਨਐਲੀਜੀਬਲ ਐਸੋਸੀਏਟ ਪ੍ਰੋਫੈਸਰਸ ਨੂੰ ਤਨਖਾਹਾਂ ਦੇਣ ਤੇ ਦਿੱਤਾ ਗਿਆ ਜੀ। ਅੱਛਾ ਕਈ ਸਭ ਇੱਕ ਗੱਲ ਇਹ ਹੈ, ਮੈਂ ਸ਼ੁਰੂਆਤੀ ਤਮਹੀਦ ਦੇ ਵਿੱਚ ਆਪਣੀ ਭੂਮਿਕਾ ਦੇ ਵਿੱਚ ਕਿਹਾ ਸੀ ਕਿ ਮਾਫੀਆ, ਇਹ ਸਿੱਖਿਆ ਮਾਫੀਆ ਜਿਹੜਾ, ਇਹ ਤੁਹਾਨੂੰ ਕਿੱਥੋਂ ਤੱਕ ਲੱਗਦਾ ਹੈ ਕਿ ਇਹਨੇ ਕਿੱਥੇ ਤੱਕ ਆਪਣੀਆਂ ਜੜ੍ਹਾਂ ਪਸਾਰ ਲਈਆਂ? ਕੀ ਇਹ ਪਿਛਲੀਆਂ ਸਰਕਾਰਾਂ ਵੇਲੇ ਚੱਲਦਾ ਸੀ ਜਾਂ ਮੌਜੂਦਾ ਸਰਕਾਰ 'ਚ ਵੀ ਉਸੇ ਤਰੀਕੇ ਦੇ ਨਾਲ ਕੰਮ ਕਰ ਰਿਹਾ, ਲੁਕਵੇਂ ਛੁਪੇ ਦੇ ਤਰੀਕੇ ਦੇ ਨਾਲ ਉਸੇ ਏਜੰਡੇ ਦੇ ਤਹਿਤ ਅਜੇ ਵੀ ਕੰਮ ਚੱਲ ਰਿਹਾ? ਦੇਖੋ ਸਰ, ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਰਿਕਾਰਡ ਇਹ ਤਾਂ ਪਿਛਲੀਆਂ ਸਰਕਾਰਾਂ ਦਾ ਅਸੀਂ ਤੁਹਾਨੂੰ ਉਦੋਂ ਦਾ ਪੇਸ਼ ਕਰ ਰਹੇ ਹਾਂ ਜੀ। ਅਸੀਂ ਧੰਨਵਾਦ ਵੀ ਕੀਤਾ ਇਸ ਸਰਕਾਰ ਦਾ ਜਿਹਨੇ ਬੜੀ ਜਲਦ ਆ ਕੇ ਇਹਦੇ ਤੇ ਕਮੇਟੀ ਬਣਾਤੀ, ਲੇਕਿਨ ਅਸੀਂ ਨਾਲ ਇਹ ਵੀ ਕਹਿ ਰਹੇ ਹਾਂ ਕਿ ਪੰਜਾਬ ਸਰਕਾਰ ਉਨੀ ਸਖਤੀ ਦੇ ਨਾਲ ਇਹਨਾਂ ਮੁੱਦਿਆਂ ਤੇ ਜਲਦ ਤੋਂ ਜਲਦ ਨਿਪਟੇ, ਜਿਸ ਸ਼ਿੱਦਤ ਦੇ ਨਾਲ ਜਿਹੜੇ ਸਾਡੇ ਮਿਨਿਸਟਰ ਹਾਇਰ ਐਜੂਕੇਸ਼ਨ ਉਹਨਾਂ ਨੇ ਕਮੇਟੀ ਬਣਾਈ ਸੀ। ਕਿਉਂਕਿ ਕਮੇਟੀ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਚਿੱਠੀ ਦੇ ਵਿੱਚ, 1 ਮਹੀਨਾ ਤੇ 7-8 ਦਿਨ ਹੋ ਗਏ ਹੈ। ਮੈਂ ਸ਼ਿਕਾਇਤ ਕਰਤਾ ਹਾਂ, ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ, ਨਾ ਮੈਨੂੰ ਕੋਈ ਚਿੱਠੀ ਆਈ ਹੈ। ਤੁਸੀਂ ਮੈਨੂੰ ਚਿੱਠੀ ਆਣ ਤਾਂ ਛੱਡੋ, ਮੇਰੇ ਜਿਹੜੇ ਇਤਰਾਜ਼ ਸੀਗੇ ਉਹਨਾਂ ਇਤਰਾਜ਼ਾਂ ਦੇ ਬਾਰੇ ਵੀ ਉਸ ਕਮੇਟੀ ਨੇ ਹਜੇ ਤੱਕ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਹੋ ਸਕਦਾ ਉਹਨੇ ਰਿਪੋਰਟ ਸਬਮਿਟ ਕਰ ਦਿੱਤੀ ਹੋਵੇ, ਲੇਕਿਨ ਮੈਂ ਤੁਹਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਨਾ ਕਿ ਜਿਹੜੇ ਮੇਰੇ 2 ਇਤਰਾਜ਼ ਸੀਗੇ, ਬੜੇ ਵਾਜਬ ਇਤਰਾਜ਼ ਸੀਗੇ, ਜਿਹੜੇ ਮੈਂ ਤੱਥਾਂ ਸਮੇਤ ਉੱਥੇ ਰੱਖੇ, ਜਾਂ ਤਾਂ ਤੁਸੀਂ ਉਹਨਾਂ ਨੂੰ ਇਨਕਾਰ ਕਰ ਦਿਓ ਤੱਥਾਂ ਸਮੇਤ ਵੀ ਨਹੀਂ ਜੀ ਇਹ ਤੁਹਾਡੇ ਜਿਹੜੇ ਇਤਰਾਜ਼ ਨੇ ਉਹ ਜਾਇਜ਼ ਨਹੀਂ ਹੈ, ਜਾਂ ਤਾਂ ਤੁਸੀਂ ਉਹਦਾ ਜਵਾਬ ਦੇ ਦਿਓ। ਮੈਨੂੰ ਨਾ ਤਾਂ ਕੋਈ ਉਹਦਾ ਜਵਾਬ ਦਿੱਤਾ ਗਿਆ, ਔਰ ਨਾ ਹਜੇ ਤੱਕ ਮੈਨੂੰ ਇਹ ਪਤਾ ਹੈ ਕਿ ਉਹ ਰਿਪੋਰਟ ਸਰਕਾਰ ਨੂੰ ਜਮ੍ਹਾਂ ਕਰਾ ਦਿੱਤੀ ਗਈ ਹੈ। ਜੇ ਜਮ੍ਹਾਂ ਹੋ ਗਈ ਹੈ ਤੇ ਸਾਰਾ ਪੰਜਾਬ ਇੰਤਜ਼ਾਰ ਕਰ ਰਿਹਾ ਹੈ ਕਿ ਜਿੱਦਾਂ ਹਾਈ ਕੋਰਟ ਨੇ, ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 1158 ਦਾ ਕੇਸ ਜਿਹਨੂੰ ਕੁਐਸ਼ ਕੀਤਾ, ਜਦਕਿ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਬੜਾ ਗਲਤ ਹੋਇਆ, ਕਿਉਂਕਿ ਇਹਦੇ ਵਿੱਚ 1158 ਜਿਹੜੇ ਪੰਜਾਬ ਦਾ ਭਵਿੱਖ ਨੇ, ਸਾਡੇ ਟੀਚਰ ਸਾਥੀ ਨੇ, ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਤਬਾਹ ਹੋ ਗਈ ਹੈ। ਔਰ ਇਹ ਸਭ ਕੁਝ ਹੋਇਆ ਹੈ ਉਸ ਪੰਜਾਬ ਸਰਕਾਰ ਦੇ ਫੈਸਲੇ ਨਾਲ, ਜਿਹੜੀ ਪੁਰਾਣੀ ਸਰਕਾਰ ਸੀਗੀ, ਔਰ ਅਧਿਕਾਰੀ ਵਰਗ ਦੇ, ਕਿਉਂਕਿ ਕੋਰਟ ਨੇ ਉਹਦੇ ਵਿੱਚ ਜਿਹੜੀਆਂ ਤਲਖ ਟਿੱਪਣੀਆਂ ਕੀਤੀਆਂ ਨੇ ਉਸ ਜੱਜਮੈਂਟ ਦੇ ਵਿੱਚ, ਉਹਦੇ ਚ ਕਲੀਅਰ ਕੱਟ ਕਿਹਾ ਹੈ
ਕਿ ਅਧਿਕਾਰੀ ਵਰਗ ਨੇ ਸਾਰਾ ਇਲੀਗਲ ਪ੍ਰੋਸੈਸ ਫੋਲੋ ਕੀਤਾ। ਸੋ ਇਹਦੇ ਵਿੱਚ ਅਸੀਂ ਇੱਕ ਗੱਲ ਹੋਰ ਕਹਿਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਕਿ ਕੀ ਇਹ ਪੰਜਾਬ ਸਰਕਾਰ ਜਿਹੜਾ ਬਦਲਾਵ ਦੀ ਗੱਲ ਕਰ ਰਹੀ ਹੈ, ਕੀ ਬਿਊਰੋਕ੍ਰੇਸੀ ਤੇ ਵੀ ਕਦੀ ਸਵਾਲ ਖੜੇ ਕੀਤੇ ਜਾਣਗੇ? ਕਿਉਂਕਿ ਕੋਰਟ ਨੇ ਕਿਹਾ ਹੈ ਕਿ ਇਹ ਜਿਹੜਾ ਸਾਰਾ ਗਲਤ ਪ੍ਰੋਸੈਸ ਹੋਇਆ ਹੈ, ਇਹਦੇ ਵਿੱਚ ਸੈਕਟਰੀ ਹਾਇਰ ਐਜੂਕੇਸ਼ਨ ਦੀ ਗੱਲ ਕੀਤੀ ਗਈ ਹੈ ਕਿ ਉਹਨਾਂ ਨੇ ਇਲੀਗਲ ਪ੍ਰੋਸੈਸ ਨੂੰ ਅਡਾਪਟ ਕੀਤਾ। ਕੀ ਬਿਊਰੋਕ੍ਰੇਸੀ ਨੂੰ ਵੀ ਕਦੀ ਪੈਨਲਾਈਜ਼ ਕੀਤਾ ਜਾਏਗਾ? ਕੀ ਉਹਨਾਂ ਦੀ ਕਦੀ ਅਕਾਊਂਟੇਬਿਲਿਟੀ ਫਿਕਸ ਕੀਤੀ ਜਾਏਗੀ? ਕਿਉਂਕਿ ਜਿਹੜੀ ਹੁਣੇ 5 ਮੈਂਬਰੀ ਕਮੇਟੀ ਬਣੀ ਹੈ, ਸਪੋਜ਼ ਕੋਈ ਗਲਤੀ ਹੁੰਦੀ ਹੈ ਤੇ ਕੀ ਇਸ ਗਲਤੀ ਦੇ ਵਿੱਚ ਇਹਨਾਂ ਨੂੰ ਵੀ ਕਦੀ ਪੈਨਲਾਈਜ਼ ਕੀਤਾ ਜਾਏਗਾ? ਸੋ ਇਸ ਕਰਕੇ ਅਸੀਂ ਇਸ ਪੰਜਾਬ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਇੱਕ ਤਾਂ ਇਹ ਰਿਪੋਰਟ ਜਿਹੜੀ 15 ਦਿਨ ਦਾ ਸਮਾਂ ਸੀਗਾ, ਉਹ ਸ਼ਿਕਾਇਤਕਰਤਾ ਤੱਕ ਕੋਈ ਤਾਂ ਇਨਫੋਰਮੇਸ਼ਨ ਪਹੁੰਚਾਈ ਜਾਵੇ ਕਿ ਇਹ ਰਿਪੋਰਟ ਸਬਮਿਟ ਹੋ ਗਈ ਹੈ ਔਰ ਜਿਹੜੇ 2 ਇਤਰਾਜ਼ ਸੀਗੇ ਉਹਨਾਂ ਦਾ ਕੀ ਹੋਇਆ। ਕਈ ਸਾਹਿਬ ਬਦਲਾਅ ਦੇ ਉੱਤੇ ਚੜ ਕੇ ਆਈ ਸਰਕਾਰ ਪਿਛਲੇ ਸਮੇਂ ਦੌਰਾਨ ਵੀ ਚੱਲਦਾ ਕਿ ਕਮੇਟੀ ਕੰਮ ਮਿੱਟੀ, ਤੁਹਾਨੂੰ ਲੱਗਦਾ ਹੈ ਕਿ ਉੱਥੇ ਹੀ ਕਹਾਣੀ ਫਿਰ ਪਹੁੰਚ ਗਈ ਹੈ? ਦੇਖੋ ਜੀ, ਜਦੋਂ ਇਹ ਕਮੇਟੀ ਬਣੀ ਸੀ ਤਾਂ ਪੰਜਾਬ ਦੇ ਬਹੁਤ ਸਾਰੇ ਕਾਲਜਾਂ ਦੇ ਵਿੱਚੋਂ ਮੈਨੂੰ ਫੋਨ ਆਏ ਕਿ ਪ੍ਰੋਫੈਸਰ ਮੁਬਾਰਕਾਂ ਕਿ ਇਹ ਕਮੇਟੀ ਬਣੀ ਹੈ। ਲੇਕਿਨ ਜਿਹੜੀ ਗੱਲ ਤੁਸੀਂ ਕਹੀ ਹੈ, ਸਵਾਲ ਇਹੀ ਕੀਤਾ ਕਿ ਪ੍ਰੋਫੈਸਰ ਕਮੇਟੀਆਂ ਤਾਂ ਬਹੁਤ ਬਣਦੀਆਂ ਆਈਆਂ ਨੇ, ਕਮੇਟੀਆਂ ਤਾਂ ਪੁਰਾਣੀਆਂ ਸਰਕਾਰਾਂ ਨੇ ਵੀ ਬਹੁਤ ਬਣਾਈਆਂ, ਇਸ ਸਰਕਾਰ ਨੇ ਵੀ ਬਣਾ ਦਿੱਤੀ ਹੈ, ਲੇਕਿਨ ਦੇਖਣਾ ਇਹ ਹੈ ਕਿ ਇਹ ਕਮੇਟੀ ਕਰਦੀ ਕੀ। ਔਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਮੁੱਦੇ ਨੂੰ ਅਸੀਂ ਚੱਕਿਆ ਸੀਗਾ, AUCT ਨੇ ਚੱਕਿਆ ਸੀਗਾ, ਉਸ ਤੋਂ ਬਾਅਦ ਪੰਜਾਬ ਦੀ ਹੋਰ ਇੱਕ ਵੱਡੀ ਜਥੇਬੰਦੀ ਜਿਹੜੀ ਹੈ, ਮੈਂ ਉਹਦੇ ਕਾਗਜ਼ ਤੁਹਾਨੂੰ ਦਿਖਾ ਰਿਹਾ, ਉਹਨਾਂ ਨੇ ਇਹ 22 ਤਰੀਕ ਨੂੰ ਚਿੱਠੀ ਸੈਕਟਰੀ ਹਾਇਰ ਐਜੂਕੇਸ਼ਨ ਨੂੰ ਲਿਖ ਦਿੱਤੀ ਹੈ। ਕੌਣ ਹੈ? DAV ਕਾਲਜਸ ਰਿਟਾਇਰਡ ਟੀਚਰਸ ਐਸੋਸੀਏਸ਼ਨ। ਇਹ ਪੰਜਾਬ ਦੀ ਇੱਕ ਵੱਡੀ ਜਥੇਬੰਦੀ ਹੈ, ਸੀਜ਼ਨਡ ਟੀਚਰਸ ਨੇ, ਸਾਰੇ ਰਿਟਾਇਰਡ ਟੀਚਰਸ ਨੇ, 30-35 ਸਾਲ ਦਾ ਤਜਰਬਾ। ਇਹਨਾਂ ਨੇ ਵੀ ਇਸ ਮੁੱਦੇ ਤੇ ਪੂਰੀ ਪੜਚੋਲ ਕੀਤੀ ਔਰ ਉਹਨਾਂ ਨੇ ਸਕੱਤਰ ਹਾਇਰ ਐਜੂਕੇਸ਼ਨ ਨੂੰ ਇੱਕ ਚਿੱਠੀ ਪਾਈ ਹੈ, ਜਿਹਦੇ ਵਿੱਚ ਉਹਨਾਂ ਨੇ ਸਾਰਾ ਮੁੱਦਾ ਚੱਕਿਆ ਹੈ ਕਿ DAV ਕਾਲਜਸ ਦੇ ਜਿਹੜੇ ਪੰਜਾਬ ਦੇ DAV ਕਾਲਜਸ ਦੇ ਉਹਦੇ ਵਿੱਚ ਜਿਹੜੀਆਂ ਐਸੋਸੀਏਟ ਪ੍ਰੋਫੈਸਰਾਂ ਦੀਆਂ ਪ੍ਰਮੋਸ਼ਨਾਂ ਹੋਈਆਂ, ਉਹਦੇ ਵਿੱਚ ਰੂਲਸ ਨੂੰ ਫੋਲੋ ਨਹੀਂ ਕੀਤਾ ਗਿਆ, UGC ਰੈਗੂਲੇਸ਼ਨਸ 2010 ਨੂੰ। ਔਰ ਉਹਦੇ ਚ ਬੜੀ ਕਮਾਲ ਦੀ ਚੀਜ਼ ਚਿੱਠੀ ਚ ਉਹਨਾਂ ਨੇ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਹੈ। 3 ਪੁਆਇੰਟਸ ਉਹਨਾਂ ਨੇ ਬਣਾਏ ਨੇ। ਨੰਬਰ 1 ਕਿ ਕੀ ਇਹ ਸਭ ਕੁਝ UGC ਰੈਗੂਲੇਸ਼ਨਸ ਦੇ ਅਨੁਸਾਰ ਹੋਇਆ? ਨੰਬਰ 2, ਉਸ ਟਾਈਮ DPI ਕਾਲਜਸ ਪੰਜਾਬ ਕੀ ਸੀ, ਕੌਣ ਸੀਗਾ ਜਿਹਦੇ ਵੇਲੇ ਇਹ ਸਾਰਾ ਹੋਇਆ? ਔਰ ਤੀਸਰਾ, ਕੀ ਇਹਦੇ ਵਿੱਚ ਪੈਸੇ ਦਾ ਵੀ ਲੈਣ ਦੇਣ ਹੋਇਆ? ਇਹ ਬਹੁਤ ਵੱਡਾ ਮੁੱਦਾ ਜਿਹੜਾ ਚੱਕਿਆ ਗਿਆ ਕਿ ਕੀ ਪੈਸੇ ਦਾ ਵੀ ਲੈਣ ਦੇਣ ਹੋਇਆ, ਕਿਸ ਤਰ੍ਹਾਂ ਹੋਇਆ ਸਾਰਾ ਕੁਝ। ਉਹਨਾਂ ਨੇ ਐਂਡ ਦੇ ਵਿੱਚ ਲਿਖਿਆ ਕਿ ਅਸੀਂ ਵਿਜੀਲੈਂਸ ਪੰਜਾਬ ਔਰ CBI ਕੋਲੋਂ ਵੀ ਜੇ ਲੋੜ ਹੈ ਤੇ ਉਹਦੇ ਕੋਲੋਂ ਵੀ ਜਾਂਚ ਕਰਾਈ ਜਾਵੇ, ਕਿਉਂਕਿ ਹਾਇਰ ਐਜੂਕੇਸ਼ਨ ਦੀ ਫੀਲਡ ਦੇ ਵਿੱਚ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਤੇ ਇਹਦੀ ਥੋਰੋ ਪ੍ਰੋਬ ਜਿਹੜੀ ਹੈ ਉਹ ਹੋਣੀ ਜ਼ਰੂਰੀ। ਸੋ ਇਹਦਾ ਮਤਲਬ ਜਿਹੜੀ ਗੱਲ ਨੂੰ ਅਸੀਂ ਕਹਿ ਰਹੇ ਸੀਗੇ, ਅੱਜ ਪੰਜਾਬ ਦੀਆਂ ਵੱਡੀ ਜਥੇਬੰਦੀਆਂ ਅਧਿਆਪਕਾਂ ਦੀਆਂ ਖੁਦ ਆ ਰਹੀਆਂ ਨੇ ਔਰ ਖੁਦ ਸ਼ਿਕਾਇਤ ਲੈ ਕੇ ਸਰਕਾਰ ਕੋਲ, ਸਕੱਤਰ ਹਾਇਰ ਐਜੂਕੇਸ਼ਨ ਕੋਲ ਪਹੁੰਚ ਰਹੀਆਂ ਨੇ। ਉਹਦੇ ਨਾਲ ਸਾਨੂੰ ਵੀ ਹੌਸਲਾ ਮਿਲਿਆ ਕਿ ਵਾਕਈ ਜੇ ਏਡੇ ਏਡੇ ਸੀਜ਼ਨਡ ਟੀਚਰਸ ਜਿਨ੍ਹਾਂ ਦਾ 35 40 ਸਾਲ ਦਾ ਤਜਰਬਾ ਹੈ, ਉਹ ਇਸ ਗੱਲ ਨੂੰ ਕਹਿ ਰਹੇ ਆ ਤੇ ਜਿਹੜੀ ਚੀਜ਼ ਅਸੀਂ ਤੱਥਾਂ ਨਾਲ ਰੱਖ ਰਹੇ ਸੀ ਉਹਦੇ ਵਿੱਚ ਵਾਕਈ ਦਮ ਹੈਗਾ ਜੀ। ਕਈ ਸਾਹਿਬ, ਨਾ ਤੁਹਾਨੂੰ ਨਾ ਸਾਨੂੰ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਸਰਕਾਰ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਸ਼ਾਇਦ ਪੰਜਾਬ ਦੇ ਲੋਕਾਂ ਨੂੰ ਉਮੀਦ ਹੈ, ਕਿਉਂਕਿ 92 ਸੀਟਾਂ ਜਿਤਾਈਆਂ ਨੇ ਪੰਜਾਬ ਦੇ ਲੋਕਾਂ ਨੂੰ, ਸ਼ਾਇਦ ਉਸ ਤਰੀਕੇ ਨਾਲ ਕਰ ਪਾਵੇ। ਜੇ ਨਹੀਂ ਕਰ ਪਾਉਂਦੀ ਤਾਂ ਬਹੁਤ ਵੱਡੇ ਸਵਾਲ ਇਸ ਸਰਕਾਰ ਦੇ ਉੱਤੇ ਵੀ ਖੜੇ ਹੋਣਗੇ। ਤਾਂ ਇੱਥੇ ਹੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ 7ਵਾਂ ਪੇ ਕਮਿਸ਼ਨ ਦੇ ਉੱਤੇ ਵੀ ਗੱਲ ਕੀਤੀ ਹੈ ਤੇ ਦੂਸਰੀ ਗੱਲ ਕੀਤੀ ਹੈ ਕਿ ਜਿਹੜੇ ਅਧਿਆਪਕ ਨੇ ਉਹ ਸਿਰਫ ਅਧਿਆਪਨ ਦਾ ਕੰਮ ਕਰਨਗੇ, ਉਹ ਪਿੰਡਾਂ ਦੇ ਵਿੱਚ ਹੋਰ ਕਿਤੇ ਜਾ ਕੇ ਮਰਦਮਸ਼ੁਮਾਰੀ ਜਾਂ ਵੱਖ-ਵੱਖ ਜਿਹੜੇ ਕੰਮ ਹੁੰਦੇ ਨੇ ਪਿੰਡਾਂ ਦੇ ਵਿੱਚ ਉਹ ਨਹੀਂ ਕਰਨਗੇ। ਤੀਸਰੇ ਪਾਸੇ ਉਹਨਾਂ ਨੇ ਕਿਹਾ ਕਿ ਤਨਖਾਹ ਹੁੰਦੀ ਸੀ 30,000 40,000 50,000 ਕਾਗਜ਼ਾਂ ਦੇ ਵਿੱਚ, ਪਰ ਮਿਲਦੀ ਸੀਗੀ ਉਹਨਾਂ ਨੂੰ 10,000 15,000। ਕਹਿੰਦੇ ਹੁਣ ਨਹੀਂ ਚੱਲੂਗਾ। ਕੁਝ ਬਦਲਿਆ ਜੀ ਜ਼ਮੀਨੀ ਪੱਧਰ ਦੇ ਉੱਤੇ? ਤੇ 7ਵੇਂ ਪੇ ਕਮਿਸ਼ਨ ਦੇ ਉੱਤੇ ਤੁਹਾਡੀ ਟਿੱਪਣੀ? ਸਰ ਇਸ ਤਰ੍ਹਾਂ ਹੈ ਕਿ 7ਵਾਂ ਪੇ ਸਕੇਲ ਜਿਹੜਾ ਹੈਗਾ ਉਹ 5 ਸਤੰਬਰ 2022 ਟੀਚਰਸ ਡੇ ਵਾਲੇ ਦਿਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਇਹਨੂੰ ਅੱਜ 1/10/2022 ਤੋਂ ਲਾਗੂ ਕਰ ਰਹੇ। ਪੰਜਾਬ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ, ਲੇਕਿਨ ਸਵਾਲ ਇਹਦੇ ਤੇ ਵੀ ਖੜੇ ਹੁੰਦੇ। 11 ਤਰੀਕ ਨੂੰ AUCT ਵੱਲੋਂ ਇੱਕ ਚਿੱਠੀ ਮੁੱਖ ਮੰਤਰੀ ਸਾਹਿਬ ਨੂੰ ਪਾਈ ਗਈ ਔਰ ਅਸੀਂ ਉਹਦੇ ਵਿੱਚ ਕਿਹਾ ਕਿ ਇਹ ਜਿਹੜਾ ਤੁਸੀਂ 7ਵਾਂ ਪੇ ਸਕੇਲ ਲਾਗੂ ਕਰ ਰਹੇ ਹੋ, ਜੋ ਅਖਬਾਰਾਂ 'ਚ ਖਬਰਾਂ ਆ ਰਹੀਆਂ ਤਾਂ ਉਹਦੇ 'ਚ ਕਿਹਾ ਜਾ ਰਿਹਾ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਇਨਕਲੂਡਿੰਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਔਰ ਪ੍ਰਾਈਵੇਟ ਏਡਡ ਕਾਲਜਸ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਦੇ ਜਿਹੜੇ ਅਨਏਡਡ ਕਾਲਜਸ ਨੇ, 300 ਤੋਂ ਵੱਧ ਦੀ ਤਾਦਾਦ 'ਚ ਅਨਏਡਡ ਕਾਲਜਸ ਨੇ
ਜਿਹਦੇ ਵਿੱਚ 5000 ਤੋਂ ਵੱਧ ਅਧਿਆਪਕ ਕੰਮ ਕਰ ਰਿਹਾ, ਉਹਨਾਂ ਦੇ ਉੱਤੇ ਲਾਗੂ ਹੋਣਗੇ ਜਾਂ ਨਹੀਂ ਹੋਣਗੇ? ਕਿਉਂਕਿ ਇਹ ਤਾਂ ਕਿਤੇ ਗੱਲ ਨਹੀਂ ਆ ਰਹੀ। ਜਦੋਂ ਅਸੀਂ DPI ਮਹਿਕਮੇ ਵਿੱਚ ਗੱਲਬਾਤ ਕੀਤੀ ਇਸ ਬਾਰੇ ਤਾਂ ਕਿਹਾ ਗਿਆ ਕਿ ਨਹੀਂ ਜੀ, ਇਹ ਪ੍ਰਾਈਵੇਟ ਏਡਡ ਕਾਲਜਸ ਦੇ ਵਿੱਚ ਹੈ, ਕਿਉਂਕਿ ਪੁਰਾਣੇ ਸਮਿਆਂ 'ਚ ਵੀ ਇਦਾਂ ਹੁੰਦਾ ਆਇਆ। ਅਸੀਂ ਫਿਰ ਇਸ ਸਾਰੇ ਦੀ ਜਾਂਚ ਪੜਤਾਲ ਕੀਤੀ ਤਾਂ 2009 ਦੀ ਨੋਟੀਫਿਕੇਸ਼ਨ ਕੱਢੀ, ਕਿਉਂਕਿ 2006 ਦੇ ਵਿੱਚ 6ਵਾਂ ਪੇ ਸਕੇਲ ਆਇਆ ਸੀ। ਉਹਦੇ 'ਚ ਦੇਖਿਆ ਤਾਂ ਉਹਦੇ ਵਿੱਚ ਵੀ ਪ੍ਰਾਈਵੇਟ ਏਡਡ ਕਾਲਜ ਸੀ। ਉਸ ਤੋਂ ਬਾਅਦ ਅਸੀਂ 1999 ਦੀ ਨੋਟੀਫਿਕੇਸ਼ਨ ਕੱਢੀ, ਕਿਉਂਕਿ 1996 'ਚ ਉਸ ਤੋਂ ਪਹਿਲਾਂ 5ਵਾਂ ਪੇ ਸਕੇਲ ਆਇਆ ਸੀਗਾ, ਤਾਂ ਉਹਦੇ ਵਿੱਚ ਵੀ ਇਹੀ ਲਿਖਿਆ ਸੀ ਪ੍ਰਾਈਵੇਟ ਏਡਡ ਕਾਲਜ। ਲੇਕਿਨ ਮੈਂ ਤੁਹਾਡੇ ਦਰਸ਼ਕਾਂ ਨਾਲ ਹੁਣ ਸਾਂਝਾ ਕਰਨਾ ਚਾਹਨਾ ਹੈ ਕਿ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਹੋਰ ਪਛਾਣ ਗਏ ਤਾਂ 12 ਜਨਵਰੀ 1988 ਦੀ ਨੋਟੀਫਿਕੇਸ਼ਨ ਸਾਡੇ ਹੱਥ ਲੱਗੀ, ਜਿਹੜੇ ਕਿ 86 ਚ ਪੇ ਸਕੇਲ ਲਾਗੂ ਹੋਏ ਸੀ। ਉਹ ਚਿੱਠੀ ਦੇ ਵਿੱਚ ਕਲੀਅਰ ਕੱਟ ਲਿਖਿਆ ਗਿਆ ਕਿ ਇਹ ਪੇ ਸਕੇਲ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ, ਸਾਰੀਆਂ ਯੂਨੀਵਰਸਿਟੀਆਂ ਇਨਕਲੂਡਿੰਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਦੇ ਸਾਰੇ ਨਾਨ ਗਵਰਨਮੈਂਟ ਐਫੀਲੀਏਟਡ ਕਾਲਜਸ, ਭਾਵ ਕਿ ਪੰਜਾਬ ਦੇ ਸਾਰੇ ਏਡਡ ਅਤੇ ਅਨਏਡਡ ਕਾਲਜਾਂ ਦੇ ਵਿੱਚ ਲਾਗੂ ਹੋਣਗੇ। ਸੋ ਇਹਦਾ ਮਤਲਬ ਹੈ ਕਿ ਜਦੋਂ 1978 ਦੇ ਵਿੱਚ ਪੰਜਾਬ 'ਚ ਗ੍ਰਾਂਟ ਇਨ ਏਡ ਸਕੀਮ ਸ਼ੁਰੂ ਹੋਈ, ਜਦੋਂ ਪੰਜਾਬ ਦੀ ਸਰਕਾਰ ਨੇ ਕਾਲਜਾਂ ਨੂੰ ਗ੍ਰਾਂਟ ਦੇਣੀ ਸ਼ੁਰੂ ਕੀਤੀ, ਪੈਸਾ ਦੇਣਾ ਸ਼ੁਰੂ ਕੀਤਾ, ਤਾਂ ਉਸ ਤੋਂ ਬਾਅਦ ਜਿਹੜਾ ਪਹਿਲਾ ਪੇ ਸਕੇਲ ਆਇਆ ਤਾਂ ਉਹਦੇ ਵਿੱਚ ਸਾਰੇ ਕਾਲਜ ਸ਼ਾਮਲ ਕੀਤੇ ਗਏ, ਏਡਡ ਵੀ ਤੇ ਅਨਏਡਡ ਵੀ। ਲੇਕਿਨ ਕਿਉਂਕਿ 1996 ਚ ਪੰਜਾਬ ਦੇ ਪ੍ਰੋਫੈਸਰਾਂ ਦੀਆਂ ਤਨਖਾਹਾਂ ਵੱਧ ਗਈਆਂ ਤੇ ਅਨਏਡਡ ਕਾਲਜਾਂ ਦੀਆਂ ਮੈਨੇਜਮੈਂਟਾਂ ਨੇ ਸਰਕਾਰ ਨੂੰ ਮਿਲ ਮਿਲਾ ਕੇ ਇਹ ਸ਼ਬਦ ਵਿੱਚੋਂ ਬਾਹਰ ਘਟਾਤਾ, ਨੋਟੀਫਿਕੇਸ਼ਨ ਦੇ ਵਿੱਚੋਂ ਕੀ ਕਰਾਤਾ? ਪ੍ਰਾਈਵੇਟ ਏਡਡ ਕਾਲਜਸ, ਅਨਏਡਡ ਕਾਲਜ ਬਾਹਰ ਕੱਢ ਦਿੱਤੇ ਗਏ। ਸੋ ਇਸੇ ਤਰ੍ਹਾਂ 2009 ਦੀ ਨੋਟੀਫਿਕੇਸ਼ਨ ਦੇ ਵਿੱਚ ਵੀ ਹੋਇਆ। ਅਸੀਂ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਨੂੰ ਪੱਤਰ ਲਿਖਿਆ ਕਿ ਸਰ ਤੁਸੀਂ ਬਦਲਾਵ ਦੀ ਗੱਲ ਕਰਦੇ ਹੋ, ਲੇਕਿਨ ਜੇ ਤੁਸੀਂ ਵੀ ਇਹੀ ਪੁਰਾਣੀਆਂ ਸਰਕਾਰਾਂ ਦੀਆਂ ਨੋਟੀਫਿਕੇਸ਼ਨਾਂ ਮੰਗਰ ਨੋਟੀਫਿਕੇਸ਼ਨ ਜਾਰੀ ਕਰਨੀ ਹੈ ਤਾਂ ਫਿਰ ਇਹ ਬਦਲਾਵ ਸਿਰਫ ਥਿਓਰੈਟੀਕਲ ਹੋਏਗਾ, ਪ੍ਰੈਕਟੀਕਲ ਬਦਲਾਵ ਦੇਖਣ ਨੂੰ ਨਹੀਂ ਮਿਲੇਗਾ। ਤਾਂ ਜਿੱਦਾਂ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਦੀ ਕਿਰਕਰੀ ਹੁੰਦੀ ਆਈ ਹੈ, ਚਾਹੇ ਉਹ 1158 ਵਾਲੇ ਮੁੱਦੇ 'ਚ ਹੋਈ ਹੈ ਤੇ ਚਾਹੇ ਉਹ ਪੇ ਸਕੇਲ ਦੇ ਮੁੱਦਿਆਂ ਦੇ ਵਿੱਚ ਹੋਈ ਹੈ, ਤਾਂ ਫਿਰ ਅਧਿਆਪਕ ਗੁਰੇਜ਼ ਨਹੀਂ ਕਰਨਗੇ ਕਿ ਪੰਜਾਬ ਦੀ ਇਸ ਸਰਕਾਰ ਦੀ ਕਿਰਕਰੀ ਵੀ ਹੋਏਗੀ ਜੇ ਇਦਾਂ ਦੀ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਹੁੰਦੀ ਹੈ, ਜਿਹਦੇ ਵਿੱਚ ਪੰਜਾਬ ਦਾ ਵੱਡਾ ਅਧਿਆਪਕ ਵਰਗ, ਜਿਹੜਾ ਕਿ ਤੁਸੀਂ ਗੱਲ ਕਹੀ ਕਿ 30 40 ਹਜ਼ਾਰ ਤਨਖਾਹਾਂ ਲੈ ਰਿਹਾ ਔਰ ਮੈਨੇਜਮੈਂਟਾਂ ਉਹਨਾਂ ਨੂੰ ਐਕਸਪਲੋਇਟ ਕਰ ਰਹੀਆਂ ਨੇ ਕਾਲਜਾਂ ਦੇ ਵਿੱਚ। ਮੈਂ ਅੱਗੇ ਵੀ ਕਿਹਾ ਕਿ 7ਵਾਂ ਪੇ ਸਕੇਲ ਤਾਂ ਪਤਾ ਨਹੀਂ ਲਾਗੂ ਹੋਣਾ ਕਿ ਨਹੀਂ ਹੋਣਾ ਕਾਲਜਾਂ ਦੇ ਵਿੱਚ, ਟੀਚਰਾਂ ਨੂੰ ਮਿਲਣਾ ਅਨਏਡਡ ਵਾਲਿਆਂ ਨੂੰ ਕਿ ਨਹੀਂ ਮਿਲਣਾ, ਅਜੇ ਤੱਕ ਤਾਂ ਦੁੱਖ ਦੀ ਗੱਲ ਹੈ ਕਿ 6ਵਾਂ ਵੀ ਨਹੀਂ ਸਹੀ ਮਾਇਨਿਆਂ 'ਚ ਲਾਗੂ ਹੋਇਆ। ਜੇ ਹੋਇਆ ਤੇ ਪੰਜਾਬ ਦੀਆਂ ਮੈਨੇਜਮੈਂਟਾਂ ਉਹਦੇ ਤੇ ਇੱਕ ਵਾਈਟ ਪੇਪਰ ਜਾਰੀ ਕਰ ਦੇਣ, ਦੱਸ ਦੇਣ ਕਿ ਕੀ 6ਵੇਂ ਪੇ ਸਕੇਲ ਦੇ ਅਨੁਸਾਰ ਟੀਚਰਾਂ ਨੂੰ ਉਹਨਾਂ ਦੇ ਏਰੀਅਰਸ ਬਕਾਏ ਜਿਹੜੇ ਉਹ ਦਿੱਤੇ ਗਏ ਨੇ, ਕੀ ਉਹ ਦੱਸਣ ਕਿ ਉਹਨਾਂ ਨੂੰ 6 ਤੋਂ 7, 7 ਤੋਂ 8, 8 ਤੋਂ 9 ਐਸੋਸੀਏਟ ਪ੍ਰੋਫੈਸਰ ਦਾ ਗ੍ਰੇਡ ਦਿੱਤਾ ਗਿਆ। ਉਹ ਦੱਸਣ ਕਿ ਕੀ ਟੀਚਰਾਂ ਨੇ ਇੰਨਾ ਰਿਸਰਚ ਵਰਕ ਕੀਤਾ ਹੋਇਆ, ਉਹਨਾਂ ਨੂੰ ਉਹਨਾਂ ਦੀਆਂ PhD ਦੀਆਂ ਇਨਕਰੀਮੈਂਟਸ ਦਿੱਤੀਆਂ ਗਈਆਂ ਨੇ। ਕੀ ਉਹ ਦੱਸਣ ਕਿ ਕਾਲਜਾਂ ਦੇ ਵਿੱਚ ਜਿਹੜੀ ਮੈਟਰਨਿਟੀ ਲੀਵ ਹੈ ਸਾਡੀਆਂ ਲੇਡੀ ਲੈਕਚਰਰਸ ਦੇ ਲਈ 6 ਮਹੀਨੇ ਦੇ, ਉਹ ਸਾਰੇ ਕਾਲਜਾਂ ਦੇ ਵਿੱਚ ਲਾਗੂ ਕਰ ਦਿੱਤੀਆਂ ਗਈਆਂ ਨੇ। ਕੀ ਕਾਲਜਾਂ ਦੇ ਵਿੱਚ ਜਿਹੜੀ ਚਾਈਲਡ ਕੇਅਰ ਲੀਵ ਹੈ, ਬੱਚੇ ਨੂੰ ਸਾਂਭਣ ਦੀ ਜਿਹੜੀ ਇੱਕ ਛੁੱਟੀ ਹੈ, ਉਹ ਸਾਰੇ ਏਡਡ ਅਤੇ ਅਨਏਡਡ ਕਾਲਜਾਂ 'ਚ ਲਾਗੂ ਕਰ ਦਿੱਤੀਆਂ ਗਈਆਂ। ਦੁੱਖ ਦੀ ਗੱਲ ਹੈ ਕੁਝ ਨਹੀਂ ਹੋਇਆ। ਇਸੇ ਕਰਕੇ ਪੰਜਾਬ ਦੀ ਹਾਇਰ ਐਜੂਕੇਸ਼ਨ ਜਿਹੜੀ ਹੈ ਉਹਦਾ ਮਿਆਰ ਡਿੱਗਦਾ ਜਾ ਰਿਹਾ। ਜਿਸ ਐਜੂਕੇਸ਼ਨ ਦੇ ਮੁੱਦੇ ਤੇ ਇਹ ਪੰਜਾਬ ਦੀ ਸਰਕਾਰ 92 MLAs ਦੇ ਨਾਲ ਜਿੱਤ ਕੇ ਆਈ ਹੈ, ਇੱਕ ਵੱਡਾ ਫਤਵਾ ਲੋਕਾਂ ਨੇ ਇਹਨਾਂ ਨੂੰ ਦਿੱਤਾ। ਬੜੀ ਉਮੀਦ ਹੈ ਕਿ ਸਕੂਲੀ ਐਜੂਕੇਸ਼ਨ ਔਰ ਹਾਇਰ ਐਜੂਕੇਸ਼ਨ ਦੋਹਾਂ ਖੇਤਰਾਂ ਦੇ ਵਿੱਚ ਇਹ ਸਰਕਾਰ ਕੋਈ ਵੱਡੇ ਕੰਮ ਕਰਕੇ ਦਿਖਾਏਗੀ ਔਰ ਉਹਨਾਂ ਸਰਕਾਰਾਂ ਦੇ ਨਾਲੋਂ ਵੱਖ ਕੰਮ ਹੋਣਗੇ ਇਹਨਾਂ ਦੇ, ਔਰ ਤਾਂ ਜੋ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਹੋਏਗਾ ਕਿ ਵਾਕਈ ਇੱਕ ਬਦਲਾਵ ਜਿਹੜਾ ਉਹ ਥਿਓਰੈਟੀਕਲ ਨਹੀਂ ਹੈ ਬਲਕਿ ਸਾਹਮਣੇ ਵੇਖਣ ਨੂੰ ਵੀ ਮਿਲ। ਧੰਨਵਾਦ ਪ੍ਰੋਫੈਸਰ ਸਾਹਿਬ, ਤੁਸੀਂ ਸਮਾਂ ਦਿੱਤਾ। ਆਸ ਤਵੱਕੋ ਕਰਦੇ ਹਾਂ ਕਿ ਸਰਕਾਰ ਤੁਹਾਡੇ ਸਵਾਲਾਂ ਨੂੰ ਜ਼ਰੂਰ ਇਹਦੇ ਉੱਤੇ ਗੌਰ ਕਰੇਗੀ ਤੇ ਜਿਹੜੀ ਵਾਅਦੇ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੀ ਆਵਾਮ ਨਾਲ ਤੇ ਖਾਸ ਕਰਕੇ ਜਿਹੜੇ ਸਿੱਖਿਆ ਦੇ ਮੁੱਦੇ ਦੇ ਉੱਤੇ ਕਿਹਾ ਕਿ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ, ਉਹਦੇ ਵੱਲ ਸਰਕਾਰ ਜ਼ਰੂਰ ਅੱਗੇ ਵਧੇਗੀ। ਉਮੀਦ ਤਵੱਕੋ ਕਰਦੇ ਹਾਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ। ਤੁਸੀਂ ਆਏ, ਸਮਾਂ ਦਿੱਤਾ ਤੇ ਆਪਣੀ ਸਾਰੀ ਗੱਲਬਾਤ ਰੱਖੀ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ। ਸੋ ਇਸ ਪ੍ਰੋਗਰਾਮ ਦੇ ਵਿੱਚ ਸਿੱਖਿਆ ਮਾਫੀਆ ਦੇ ਉੱਤੇ ਗੱਲਬਾਤ ਸੀ। ਸਰਕਾਰ ਦੁਆਰਾ ਬਣਾਈ ਹੋਈ ਕਮੇਟੀ ਦੇ ਉੱਤੇ ਵੀ ਕਈ ਤਰ੍ਹਾਂ ਦੇ ਇਤਰਾਜ਼ ਨੇ, ਤਾਂ ਉਮੀਦ ਕਰਦੇ ਹਾਂ ਕਿ ਜਿਹੜੀ ਜਾਂਚ ਪ੍ਰਕਿਰਿਆ ਦੀ ਗੱਲ ਸਰਕਾਰ ਨੇ ਆਖੀ ਆ ਉਸ ਨੂੰ ਜਲਦ ਤੋਂ ਜਲਦ ਪੂਰੀ ਕੀਤਾ ਜਾਵੇਗਾ ਤੇ ਕੋਈ ਨਾ ਕੋਈ ਇਹਦਾ ਹੱਲ, ਜਿਹੜੇ ਪਿਛਲੇ ਸਮੇਂ ਦੌਰਾਨ ਇਹ ਮਾਫੀਆ ਚੱਲਦਾ ਸੀ, ਇਹਦਾ ਕੋਈ ਨਾ ਕੋਈ ਹੱਲ ਜਾਂ ਇਸ ਮਾਫੀਆ ਨੂੰ ਖਤਮ ਕਰਨ ਦੇ ਲਈ ਸਰਕਾਰ ਜੋ ਕਹਿ ਰਹੀ ਹੈ ਉਹ ਕਰਦੀ ਹੋਈ ਵਿਖਾਈ ਵੀ ਦੇਵੇਗੀ।
ਉਮੀਦ ਆਸ ਤਵੱਕੋ ਹੈ ਪੰਜਾਬੀਆਂ ਨੂੰ ਹੈ। ਅਸੀਂ ਸਾਰੇ ਇਸ ਗੱਲ ਦੀ ਤਵੱਕੋ ਰੱਖਦੇ ਹਾਂ ਕਿ ਸਰਕਾਰ ਜ਼ਰੂਰ ਕੋਈ ਕੰਮ ਚੰਗਾ ਕਰੇਗੀ ਤੇ ਪੰਜਾਬ ਨੂੰ ਇਸ ਬਿਹਤਰ ਭਵਿੱਖ ਦੀ ਜਿਹੜੀ ਉਹ ਉਡੀਕ ਹੈ। ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।